ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਲਰਨ ਕੈਮਿਸਟਰੀ ਵਿਦ ਡੀਕੇ। ਸੋ ਅੱਜ ਅਸੀਂ ਆਪਣੇ ਜੋ ਸੀਰੀਜ਼ ਸਟਾਰਟ ਕੀਤੀ ਸੀ ਉਹਨੂੰ ਕੰਟੀਨਿਊ ਕਰਨ ਜਾ ਰਹੇ ਹਾਂ। ਥਰਡ ਡੇ ਆ ਸਾਡੀ ਸੀਰੀਜ਼ ਦਾ। ਸੋ ਉਸੇ ਹੀ ਚੈਪਟਰ ਦੇ ਨਾਲ ਰਿਲੇਟਡ ਮੈਂ ਕੁਝ MCQs ਹੋਰ ਲੈ ਕੇ ਆਈ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ MCQs ਰਹਿਣਗੇ ਤੇ ਉਹਦੇ ਨਾਲ ਰਿਲੇਟਡ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ 'ਚ ਵੀ ਇਹ ਕੰਮ ਆਣਗੇ ਸਾਰੇ। ਸੋ ਅਸੀਂ 1 ਬਾਏ 1 ਸਾਰਿਆਂ ਨੂੰ ਡਿਸਕਸ ਕਰਾਂਗੇ ਤੇ ਸਾਰਿਆਂ ਨੇ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਲਾਸਟ ਵਿੱਚ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਨਾ ਨਹੀਂ ਭੁੱਲਣਾ। ਸੋ ਆਜੋ ਅਸੀਂ ਸਟਾਰਟ ਕਰੀਏ। ਸਭ ਤੋਂ ਪਹਿਲੇ ਦੇਖੋ ਫਸਟ ਕੁਐਸਚਨ ਹੈ ਸਾਡਾ ਕਿ ਕਿਸੇ ਵੀ ਐਲੀਮੈਂਟ ਦੇ ਵਿੱਚ ਉਹਨਾਂ ਨੇ ਬੋਰਨ ਐਲੀਮੈਂਟ ਦਿੱਤਾ ਹੋਇਆ ਸਾਨੂੰ 10.8 AMU ਦਾ ਕੀ ਆ ਐਟੋਮਿਕ ਮਾਸ। ਠੀਕ ਹੈ, ਹੁਣ ਇਹ ਕੁਐਸਚਨ ਜਿਹੜਾ ਉਹ ਆਈਸੋਟੋਪਸ ਦੇ ਨਾਲ ਰਿਲੇਟਡ ਹੈ ਕਿ ਸਾਨੂੰ ਪਤਾ ਹੈ ਕਿ ਜੇ ਕੋਈ ਵੀ ਐਲੀਮੈਂਟ ਹੈ ਉਹਦੇ ਦੋ ਆਈਸੋਟੋਪ ਤੇ ਦੋ ਤੋਂ ਵੱਧ ਵੀ ਹੋ ਸਕਦੇ ਆ, ਬਟ ਬੋਰੋਨ ਦੇ ਕੇਸ 'ਚ ਦੋ ਆਈਸੋਟੋਪ ਹੈ। ਇੱਕ V10 ਦਿੱਤਾ ਹੋਇਆ ਆ, ਇੱਕ V11 ਦਿੱਤਾ ਹੋਇਆ ਹੈ। ਤੇ ਯਾਦ ਰੱਖਣਾ ਇਦਾਂ ਦੇ ਕੁਐਸਚਨ ਨੂੰ ਕਰਨ ਦੇ ਲਈ ਅਸੀਂ ਇਹਦੇ ਵਿੱਚ ਫਾਈਂਡ ਆਊਟ ਕਰਨਾ ਪਰਸੈਂਟੇਜ ਆਫ ਕੰਪੋਜੀਸ਼ਨ ਆਫ ਦੋਨੇ ਆਈਸੋਟੋਪਸ ਦੀ, ਮਤਲਬ ਦੋਵੇਂ ਆਈਸੋਟੋਪਸ ਦੀ ਕੰਪੋਜੀਸ਼ਨ ਅਸੀਂ ਕਰਨੀ ਕਿੰਨੀ ਪਰਸੈਂਟੇਜ ਦੇ ਉਹਦੇ ਵਿੱਚ ਪ੍ਰੈਜ਼ੈਂਟ ਹੈ। ਸੋ ਸਭ ਤੋਂ ਪਹਿਲੇ ਦੇਖੋ ਆਈਸੋਟੋਪ ਦੇ ਵਿੱਚ ਸਾਨੂੰ ਦੋ ਵੈਲਿਊਜ਼ ਇਹਦੇ ਵਿੱਚ ਅਸੀਂ ਫਾਰਮੂਲਾ ਯੂਜ਼ ਬੇਸ ਕੁਐਸਚਨ ਹੈ, ਅਸੀਂ ਫਾਰਮੂਲਾ ਯੂਜ਼ ਕਰਾਂਗੇ। ਸਭ ਤੋਂ ਪਹਿਲੇ ਸਾਨੂੰ ਫਾਰਮੂਲਾ ਬਤਾਉਣਾ ਚਾਹੀਦਾ M ਐਵਰੇਜ ਮਤਲਬ ਮੋਲੀਕੂਲਰ ਮਾਸ ਜਾਂ ਐਟੋਮਿਕ ਮਾਸ ਜੋ ਵੀ ਐਟਮ ਦਾ ਜਾਂ ਜੋ ਵੀ ਤੁਹਾਨੂੰ ਦਿੱਤਾ ਹੋਇਆ ਆ ਮੋਲੀਕਿਊਲ ਇਕੁਅਲ ਟੂ M1 ਇੰਟੂ N1 ਪਲਸ M2 ਇੰਟੂ N2 ਡਿਵਾਈਡਡ ਬਾਈ N1 ਪਲਸ N2। ਹੁਣ ਇਹਦੇ ਵਿੱਚ M1 ਔਰ M2 ਕੀ ਹੈ? M1 ਐਂਡ M2 ਕੀ ਹੈ ਸਾਡੇ ਕੋਲ? ਮੋਲੀਕੂਲਰ ਮਾਸ ऑफ आइसोटोप। ठीक है, और दूसरे पासे N1 और N2 की है साडे कोल ये है अबंडेंस कि आइसोटोप किन्ने प्रेजेंस है, किन्नी मात्रा प्रेजेंट है आइसोटोप दी एक एलीमेंट दे विच। ओदे दो तरह दे आइसोटोप दिते हुए हैं, उन्हां दोनां दी साडे कोल किन्नी मात्रा प्रेजेंट है, अमाउंट किन्नी प्रेजेंट है, वो की है अबंडेंस हुंदी। सो N1 N2 की है अबंडेंस ऑफ आइसोटोप्स। ठीक है जी, ਹੁਣ ਨੈਕਸਟ ਦੇਖੋ ਇਹਨੂੰ ਅਸੀਂ ਅਪਲਾਈ ਕਰਾਂਗੇ ਇਸ ਕੁਐਸਚਨ ਦੇ ਉੱਤੇ। ਇਹਦੇ ਵਿੱਚ ਸਾਡੇ ਕੋਲ M1 ਤੇ Mn ਦੀ ਵੈਲਿਊ ਦਿੱਤੀ ਹੋਈ ਹੈ ਸਾਨੂੰ 10 ਤੇ M2 ਦੀ ਵੈਲਿਊ ਦਿੱਤੀ ਹੋਈ ਹੈ ਸਾਨੂੰ 11, ਮਤਲਬ ਆਈਸੋਟੋਪ ਦੇ ਮਾਸ ਹੈ। ਠੀਕ ਹੈ, ਉਸ ਤੋਂ ਬਾਅਦ दूसरी गल N1 की वैल्यू सानू नहीं पता, असं N1 मान लिया, लैट किया है N1 की है साडे को X है। सो जेड़ा N2 है वो की होएगा फिर 100 माइनस X। 100 विचों माइनस क्यों किया? क्योंकि 100 विच टोटल परसेंटेज जी आप 100 विचों ही कटते हैं। सो जे एक दी अबंडेंस X होई तो दूसरे दी 100 चों माइनस कर देंगे तो जो आएगा साडा वो की है दूसरे दी अबंडेंस होएगी। सो असी ये दोवें लैट कर ले। नैक्सट की है हुण देखो इन्हां सारियां नूं आपां फॉर्मूले च अप्लाई कर देंगे। फॉर्मूले च अप्लाई करने 10 इंटू ठीक है एक्स प्लस 100 माइनस एक्स इंटू की है साडे कोल 11। ठीक है, डिवाइड कर देंगे असीं इहनूं एक्स प्लस 100 माइनस एक्स दे नाल। ते हुण इह किहदे इक्वल सी? एम एवरेज मीनस इहदी वैल्यू सानूं दित्ती होई है एटॉमिक मास 10.8 AMU। 10.8 ਜਿਹੜੇ ਆ ਉਹਦੇ ਇਕੁਅਲ ਹੋ ਜਾਏਗਾ। ਸੋ ਹੁਣ ਇਹਨਾਂ ਨੂੰ ਆਪਾਂ ਕੈਲਕੂਲੇਟ ਕਰਕੇ x ਦੀ ਵੈਲਿਊ ਫਾਈਂਡ ਕਰਕੇ ਦੋਵੇਂ ਆਈਸੋਟੋਪ ਦੀ ਪਰਸੈਂਟੇਜ ਆਫ ਕੰਪੋਜੀਸ਼ਨ ਕੱਢ ਸਕਦੇ ਆ। ਸੋ ਸਭ ਤੋਂ ਪਹਿਲੇ ਇਹਨਾਂ ਨੂੰ ਮਲਟੀਪਲਾਈ ਕਰੋ 10x ਪਲਸ 100 ਨੂੰ ਕਰਾਂਗੇ ਆਪਾਂ 11 100 ਮਾਈਨਸ 11x डिवाइडेड बाय ਹੁਣ ਦੇਖੋ इधर पॉजिटिव इधर नेगेटिव कैंसल आउट 100 इक्वल टू 10.8। ਹੁਣ ਇਹਨੂੰ इधर लेके गए पहले देखो 100 ਨੂੰ उधर ले जाना 10.8 इंटू 100 हो जाएगा। सो किहदे इक्वल आएगा 11 विचों 10 माइनस करता x माइनस दे बच जाने प्लस 1100। सो x वाली वैल्यू जिहड़ी है ਉਹਨੂੰ देखांगे वो एक साइड ते रहन देवांगे ते जो ये वाली वैल्यू पहले कैलकुलेट कर लांगे 10.8 इंटू 100 डिवाइडेड बाय पॉइंट खत्म करने लिए 10 लगा लांगे तो ये कोल आएगा 1080। ठीक है, 1080। सो ये वैल्यू साडी हैगी। उस तो बाद
ਉਸ ਤੋਂ ਬਾਅਦ ਬੱਚੇ ਦੇਖੋ ਇਹ ਵਾਲੀ ਜਿਹੜੀ ਵੈਲਿਊ ਹੈਗੀ ਆ ਇਹ -x ਹੈ, ਇਧਰ ਹੈਗਾ tan। ਸੋ ਅਸੀਂ ਇਹਨੂੰ ਉੱਪਰ ਲਿਖ ਲੈਂਦੇ ਆ ਤਾਂ ਕਿ ਕਲੀਅਰ ਹੋ ਜਾਏ, ਡਾਊਨ ਤੇ ਨਹੀਂ ਪਤਾ ਲੱਗਦਾ। ਸੋ ਇਹਦੇ ਵਿੱਚ ਸਾਡੀ x ਦੀ ਵੈਲਿਊ ਕੀ ਆਏਗੀ, ਮਾਈਨਸ ਦੀ x ਮਾਈਨਸ ਦਾ ਹੈ ਸਾਡੇ ਕੋਲ प्लस 11 1100 कह दो इक्वल टू, ठीक है जी। हुण इहनूं आपां की कर लांगे रीअरेंजमेंट, माइनस वाली चीज उधर लै जाओ तो इधर आके 1100 माइनस 1080 एक इहदे कोल आ जाएगा साडा x की वैल्यू। x की वैल्यू कितनी आ जाएगी साडी 020। सो असी फाइंड आउट कर लिया कि x की आया साडे कोल 20। इहदा मीनस n1 की है साडे कोल 20 और n2 की होएगा 100 माइनस 20, क्योंकि 20 नूं असीं x की जगह पुट कर देंगे। सो साडी वैल्यू आएगी 80। इहदा मीनस 20% जिहड़ा है वो n1 है साडे कोल, मतलब साडे कोल जो B10 है वो 20% कंपोजिशन दे नाल प्रेजेंट है और 80% कंपोजिशन दे नाल साडे कोल की प्रेजेंट है B11। सो ये सी असी फाइंड आउट करना। सो सारिਆਂ ਨੂੰ होप समझ आ गया होएगा। तो नैक्सट असी करते हैं अगला क्वेश्चन। बड़ा ही ईजी मैथड है ये, बस सानू फॉर्मूलेस याद होने चाहिए है जिहड़े कि असी अप्लाई करके कैलकुलेशन कर सकिए। नैक्सट क्वेश्चन है सेकंड क्वेश्चन, कैलकुलेट मास परसेंटेज ऑफ डिफरेंट ऑफ सोडियम सल्फेट। हुण देखो बच्चे ये सानू मास परसेंटेज फाइंड आउट करना क्या है। तो हमेशा याद रखना मास परसेंटेज जो है वो किस तरह फाइंड आउट करते हैं, वो भी एक फॉर्मूला होंदा है कि जिहड़ा भी साडे को एटम या कोई भी साडे को मोलीक्यूल है प्रेजेंट है वो पहले आपां अलग अलग कड्ढनी है कंपोजिशन। हुण इहदे विच देखो सोडियम Na2SO4, ठीक है। ये देखो ये किन्ने 3 तरह के एटम्स प्रेजेंट है, सोडियम सल्फर और ऑक्सीजन। तो ये अगे किन्ने किन्ने सोडियम 2 प्रेजेंट है, ऑक्सीजन 4 और सल्फर 1 प्रेजेंट है। सो हरेक का असीं अलग अलग मास परसेंटेज कड्डांगे कि किन्नी किन्नी मास परसेंटेज हैगी है उहदी उस पूरे कंपाउंड दे विच। सो सब तो पहले देखो नाइट्रोजन आपां सोडियम का करांगे, सॉरी नाइट्रोजन नहीं सोडियम है, नाइट्रोजन ये वाला हुंदा, सोडियम का यूज करांगे। सोडियम दे विच देखो सब तो पहले देखो ये किन्ने मोलीक्यूल ऑफ सोडियम है 2 मोलीक्यूल्स, 2 इंटू ਇਹਦਾ ਅਸੀਂ मोलीकुलर मास देखांगे। मोलीकुलर मास सोडियम का की होएगा एटॉमिक नंबर 11 टू डबल कर दिता 23 के अप्रोक्सीमेट होएगा, ठीक है। और डिवाइड मतलब कह सकते हैं कि नंबर ऑफ मोलीकुलर मास डिवाइडेड बाय, उस तो बाद पहले सब तो सानू पता होना चाहिए कि पूरे कंपाउंड का टोटल मोलीकुलर मास कितना है। सो असी वो कड्डांगे टोटल मोलीकुलर मास। पहले मैं मोलीकुलर मास फाइंड आउट करांगी, मोलीकुलर मास फाइंड आउट करांगी। उस तो बाद मैं ये वाला स्टैप तुहानू करके दिखानी है। हुण मोलीकुलर मास फाइंड आउट करने के लिए तुहानू सिखाया हुआ है कि किद्दां फाइंड आउट करते हैं। 2 इंटू 23 प्लस सल्फर कितना है, सिलिकॉन फास्फोरस सल्फर 16 का डबल करांगे 32, ठीक है। 32 आया ना क्योंकि 1 सल्फर है इस करके मल्टीप्लाई बाय 1 हो जाएगा। सो 32 आएगा प्लस 4 इंटू 16 क्योंकि ऑक्सीजन का 8 एटॉमिक नंबर डबल करके आया ना 16। सो इनू मल्टीप्लाई कर देना 4 दे नाल क्योंकि 4 जिहड़े ऑक्सीजन के एटम प्रेजेंट है। सो इन्हां नू कैलकुलेट करो 46 प्लस 32 64। जो इन्हां प्लस करांगे आपां कितना आंसर आएगा साडा 142, ठीक है जी। ये साडा की है सोडियम सल्फेट का मोलीकुलर मास, ठीक है। ये हैगा पूरे कंपाउंड का। हुण असीं करना है मास परसेंटेज असीं करनी है मान लो सोडियम की करनी है। सो इहदे लई की करांगे आपां सोडियम का जिन्ना हैगा साडे कोल मोलीकुलर मास डिवाइड करांगे टोटल मोलीकुलर मास इंटू 100 दे नाल। जिवें कि असीं नॉर्मली भी क्वेश्चन जिद्दां मान लो आपां परसेंटेज अपनी कढदे आ जिन्ना साडे कोल साडे मार्क्स आए डिवाइड कर दिंदे आपां ओनू किहदे नाल जिन्ना टोटल साडे कोल वैल्यू है मार्क्स की
जिन्ने विचों आए इंटू 100 ਨਾਲ ਮਲਟੀਪਲਾਈ। सेम इसे तरह ਜਿਹੜਾ ਸਿਸ ਕੰਪਾਊਂਡ ਦਾ ਆਪਾਂ ਮਾਸ ਕਰਨਾ ਹੈ मतलब ਉਹਨੂੰ ਆਪਾਂ ਉਹਦਾ ਮਾਸ ਉੱਪਰ डिवाइड कर देना टोटल इंटू 100 ਦੇ ਨਾਲ। सो सोडियम ਦਾ ਸਾਡੇ ਕੋਲ ਕਿੰਨਾ ਆਏਗਾ 2 ਮਲਟੀਪਲਾਈ ਬਾਈ 23 क्योंकि एटॉमिक नंबर 11 डबल करता 23 2 प्रेजेंट है सोडियम सो इस करके 2 ਨਾਲ मल्टीप्लाई डिवाइड करता 142 ਦੇ ਨਾਲ ਤੇ ਇਹਨੂੰ ਕਰਤਾ ਅਸੀਂ ਕੈਲਕੂਲੇਟ ਕਰ ਲਾਂਗੇ। ਸੋ ਕੈਲਕੂਲੇਸ਼ਨ ਤੋਂ ਬਾਅਦ ਜੋ ਪਰਸੈਂਟੇਜ ਦੀ ਵੈਲਿਊ ਆਏਗੀ ਉਹ ਤੁਹਾਡਾ ਆਨਸਰ ਹੋਏਗਾ। ਸੋ ਕੈਲਕੂਲੇਸ਼ਨ ਵੈਰੀ ਈਜ਼ੀ ਹੈ, ਤੁਸੀਂ ਕਰ ਸਕਦੇ ਹੋ। ਸੋ ਕਰ ਸਕਦੇ ਹੋ, ਠੀਕ ਹੈ। ਕੈਲਕੂਲੇਸ਼ਨ ਕਰਾਂਗੇ ਤਾਂ ਹੀ ਸਾਡੇ ਕੋਲ ਜਲਦੀ ਜਲਦੀ ਕਰਕੇ ਦੇਖ ਲੈਣੇ ਇੱਕ ਦੀ 46 142 इंटू करो कैलकुलेशन करांगे जो 4600 142 करो दैन ये क्या आएगा। मैं सीधा कैलकुलेशन कर रही हूँ क्योंकि मैनू ये कटिंग करने दे नाल की करना कि थोड़ा फिर ज्यादा कॉम्प्लीकेशंस आ जाएंगी। सो सीधा डिवाइड कर दो, डिवाइड करांगे ठीक है जी। ये जाएगा 3 दे नाल उस तो बाद 2 दे नाल जाएगा उस तो बाद फिर आप पॉइंट लगा लांगे ठीक है। सो हुण अगे पॉइंट लगा के आ जाएगा ठीक है। उस तो मतलब साडा इन्ना का आएगी परसेंटेज 32.4% कुछ ठीक है। सो तुसीं इदां ही कैलकुलेशन कर लेनी है, कटिंग करके भी कर सकते हो, ਉਹਦੇ ਨਾਲ ਹੋਰ ਈਜ਼ੀ भी हो सकता है पर नोटबुक ਤੇ ਤੁਸੀਂ ਵਧੀਆ ਤਰੀਕੇ ਨਾਲ ਕਰੋਗੇ सो वैरी ईजी। बोर्ड ਦੇ ਉੱਤੇ ਕਰਾਵਾਂਗੇ तो ਕੰਪਲੀਕੇਟ हो जाता है, इस करके मैं सिंपली ਇਹਨੂੰ मल्टीप्लाई कराता डिवाइड करता कटिंग नहीं की। इसे तरह हुण ਇਹਦੀ ਅਸੀਂ कर ਲਈ ਹੈ मास सोडियम ਦਾ मास परसेंटेज ਕੱਢਿਆ। इसे तरह ਹੁਣ सल्फर ਦਾ भी ਆਪਾਂ ਕੱਢ ਸਕਦੇ। सल्फर ਦਾ ਕਿਵੇਂ ਕੱਢਾਂਗੇ सल्फर ਦਾ मास परसेंटेज ਹੁਣ सल्फर ਦੇ ਕੋਲ को एक ही मतलब सल्फर प्रेजेंट है सो 1 ना भी मल्टीप्लाई करो कर भी सकते हैं। सो ਇਹਦਾ ਹੈ ਨਾ 16 ਦਾ 32 डिवाइडेड बाय टोटल इनटू 100। सो ਜਦੋਂ ਤੁਸੀਂ ਇਹਨੂੰ ਕੈਲਕੂਲੇਟ ਕਰੋਗੇ ਦੈਨ ਇਹਦਾ ਮਾਸ ਪਰਸੈਂਟੇਜ ਤੁਹਾਡੇ ਕੋਲ ਆ ਜਾਏਗੀ। ਇਸੇ ਤਰ੍ਹਾਂ ਆਪਾਂ ਕਰਦੇ ਆ ਆਕਸੀਜਨ ਦਾ। ਆਕਸੀਜਨ ਦਾ ਮਾਸ ਪਰਸੈਂਟੇਜ ਹੁਣ ਕਿੱਦਾਂ ਨਿਕਾਲਾਂਗੇ ਆਪਾਂ। ਆਕਸੀਜਨ ਦੇ ਕੋਲ ਕਿੰਨੇ ਐਟਮ ਹੈ 4 ਸੋ 4 ਨੂੰ ਆਪਾਂ ਮਲਟੀਪਲਾਈ ਕਰਾਂਗੇ ਕਿੰਨੇ ਨਾਲ ਆਕਸੀਜਨ ਦਾ ਆਪਾਂ ਐਟॉमिक ਨੰਬਰ ਮਾਸ ਨੰਬਰ ਦੇ ਨਾਲ ਇਹਦਾ ਮਾਸ ਨੰਬਰ ਕਿੰਨਾ ਹੈ 16 डिवाइडेड बाय 142 टोटल इनटू 100। सो ये साडा की आएगा ਇਹਦੀ ਆਕਸੀਜਨ ਦੀ ਮਾਸ ਪਰਸੈਂਟੇਜ। सो ਸਾਰਿਆਂ ਨੂੰ ਇਹ ਵੀ क्वेश्चन समझ आया होगा ठीक है जी। नेक्स्ट क्वेश्चन देखिए, बड़े ईजी क्वेश्चंस ने बस ये है कि हरेक तरह ਦੇ ਅਸੀਂ ਕਰਦੇ ਆ ਕਿ ਸਾਨੂੰ पेपर की प्रैपरेशन के लिए ईजी हो जाए ਤੇ ਨਾਲ ਦੇ ਨਾਲ ਅਸੀਂ ਇਹਦੇ ਵਰਗੇ ਹੋਰ ਵੀ ਕੁਐਸਚਨ ਜਿਹੜੇ ਆ ਉਹ ਘਰ ਵੀ ਪ੍ਰੈਕਟਿਸ ਆਪਣੀ ਨੋਟਬੁੱਕ ਤੇ ਕਰੀਏ ਕਿ ਇਦਾਂ ਦਾ ਕੋਈ ਵੀ ਤਰ੍ਹਾਂ ਦਾ ਕੁਐਸਚਨ ਆ ਜਾਏ ਤੇ ਅਸੀਂ ਛੱਡੀਏ ਨਾ, ਪੂਰਾ ਅਟੈਂਪਟ ਕਰਕੇ ਤੇ ਪੇਪਰ ਕਰੈਕ ਕਰਕੇ ਛੱਡੀਏ। ਸੋ ਨੈਕਸਟ ਕੁਐਸਚਨ ਦੇਖੋ ਥਰਡ। ਹੁਣ ਇਹ ਸਿਮਿਲਰ ਇਸ ਕੁਐਸਚਨ ਵਰਗਾ ਆ। ਇਹਦੇ ਵਿੱਚ ਸਾਨੂੰ ਦੋ ਆਈਸੋਟੋਪ ਦਿੱਤੇ ਹੋਏ ਆ ਕਲੋਰੀਨ ਦੇ। ਸੋ ਇਹਦੇ ਵਿੱਚ ਸਾਨੂੰ ਐਟॉमिक ਮਾਸ ਵੀ ਦਿੱਤਾ ਹੋਇਆ ਸੋ ਅਸੀਂ ਇਹ ਕੱਢ ਸਕਦੇ ਆ। ਹਾਂਜੀ ਅਗਰ ਤੁਸੀਂ ਦੇਖੋ ਜੇ ਤੁਸੀਂ 100 ਦੇ ਅਕੋਰਡਿੰਗਲੀ ਕਰਨਾ ਹੈ ਤਾਂ ਤੁਸੀਂ 100 ਮਾਈਨਸ x ਯੂਜ਼ ਕਰ ਸਕਦੇ ਹੋ ਤੇ ਇੱਕ ਅਸੀਂ x ਯੂਜ਼ ਕਰ ਸਕਦੇ ਹਾਂ। ਕੀ ਯੂਜ਼ ਕਰ ਸਕਦੇ ਹਾਂ n1 ਔਰ n2 ਦੀ ਵੈਲਿਊਜ਼ ਠੀਕ ਹੈ। ਅਗਰ ਤੁਸੀਂ ਨਹੀਂ 100 ਯੂਜ਼ ਕਰਨਾ ਤੁਸੀਂ ਟੋਟਲ 1 ਵੀ ਰੱਖ ਸਕਦੇ ਹੋ ਦੈਨ ਉਹਨੂੰ ਅਸੀਂ 1 ਮਾਈਨਸ x ਕਿਉਂਕਿ ਈਜ਼ੀ ਕਰਨ ਦੇ ਲਈ 1 ਯੂਜ਼ ਕਰ ਲਓ ਕੋਈ ਗੱਲ ਨਹੀਂ। ਦੈਨ ਇੱਕ 1 ਤੇ ਔਰ ਇੱਕ x मतलब n1 ਦੀ ਵੈਲਿਊ ਅਸੀਂ ਜੇ ਮੰਨਾਂਗੇ x ਤੇ n2 ਦੀ ਵੈਲਿਊ ਹੋਏਗੀ ਫਿਰ 1 ਮਾਈਨਸ x। ਸੋ ਇਹਨਾਂ ਈਜ਼ੀਲੀ ਕੈਲਕੂਲੇਸ਼ਨ ਹੋ ਜਾਏਗੀ, लंबी कैलकुलेशन ते नहीं जाना पड़ेगा। सो देखो ਇਹਦਾ आइसोटोप कहने का मतलब है कि जो मैं M1 लिया ਉਹਦੀ वैल्यू है साडे को 35 क्लोरीन ਦੇ 35 आइसोटोप उस तो बाद M2 ਦਾ ਮੋਲੀਕੂਲਰ ਮਾਸ ਹੈਗਾ ਸਾਡੇ ਕੋਲ 37। ਦੋ ਤਰ੍ਹਾਂ ਦੇ ਦਿੱਤੇ ਹੋਏ ਆ
ਤੇ n1 ਦੀ ਵੈਲਿਊ ਜੇ ਮੰਨ ਲਓ ਮੈਂ x ਲਈ ਆ ਤੇ n2 ਦੀ ਵੈਲਿਊ ਮੈਂ 1 - x ਵੀ ਲੈ ਸਕਦੀ ਹਾਂ, 100 ਵੀ ਲੈ ਸਕਦੇ ਹੋ, ਤੁਹਾਡੀ ਇੱਛਾ ਹੈ, ਕਿਉਂਕਿ ਅਸੀਂ ਕੈਲਕੂਲੇਸ਼ਨ ਨੂੰ ਥੋੜਾ ਈਜ਼ੀ ਕਰ ਸਕਦੇ ਹਾਂ ਇਸ ਤਰੀਕੇ ਨਾਲ ਵੀ। ਸੋ ਇਹਨੂੰ ਪੁੱਟ ਕਰਾਂਗੇ, ਦੈਨ ਸੇਮ ਉਸੇ ਤਰ੍ਹਾਂ ਹੀ ਸਾਡਾ ਇਹ ਕੁਐਸਚਨ ਸੋਲਵ ਹੋਏਗਾ ਤੇ ਸਾਨੂੰ ਆਪਾਂ ਉਸ ਫਾਰਮੂਲੇ ਦੇ ਅਕੋਰਡਿੰਗਲੀ ਸਾਨੂੰ ਐਟੋਮਿਕ ਮਾਸ ਹੈ ਜਿਹੜਾ ਦਿੱਤਾ ਹੋਇਆ ਉਹਦੀ ਵੈਲਿਊ ਜਿਹੜੀ ਹੈ ਉਹ ਕੀ ਹੈਗੀ, ਜਿਹਨੂੰ ਅਸੀਂ ਐਮ ਐਵਰੇਜ ਕਹਿੰਦੇ ਹੋਏ, ਉਹ ਹੈ 35.45 ਗ੍ਰਾਮ। ਠੀਕ ਹੈ, ਇਹ ਵੈਲਿਊ ਦਿੱਤੀ ਹੋਈ ਹੈ, ਇਹ ਫਾਰਮੂਲੇ 'ਚ ਤੁਸੀਂ ਪੁੱਟ ਕਰੋਗੇ, ਇਹ ਵਾਲੇ ਫਾਰਮੂਲਾ ਜਿਹੜਾ ਤੁਸੀਂ ਪਿਛਲੇ ਕੁਐਸਚਨ ਫਸਟ ਵਿੱਚ ਕੀਤਾ ਹੋਇਆ, ਦੈਨ ਤੁਹਾਡਾ ਆਂਸਰ ਈਜ਼ੀਲੀ ਆ ਜਾਏਗਾ। ਬੜਾ ਹੀ ਈਜ਼ੀ ਕੁਐਸਚਨ ਹੈ ਵੀ, ਸੇਮ ਉਸੇ ਤਰ੍ਹਾਂ ਹੀ ਹੈ। ਸੋ ਪ੍ਰੈਕਟਿਸ ਦੇ ਨਾਲ ਹੋਰ ਵੀ ਜਲਦੀ ਸੋਲਵ ਹੋਏਗਾ। ਸੋ ਅਸੀਂ ਕੁਐਸਚਨ ਇਹ ਤੁਸੀਂ ਆਪ ਕਰੋਗੇ, ਤੁਹਾਡਾ ਹੋਮਵਰਕ ਆ। ਫੋਰਥ ਕੁਐਸਚਨ ਦੇਖੋ, ਹੁਣ ਇਹ ਨੈਕਸਟ ਜਿਹੜਾ ਹੈ ਉਹ ਅਲੱਗ ਟਾਈਪ ਦਾ ਕੁਐਸਚਨ ਹੈ। ਸੋ ਅਸੀਂ ਕਰਨਾ ਹੈ ਵੀ, ਦੇਖੋ ਫੋਰਥ ਕੁਐਸਚਨ 'ਚ ਕਿਹਾ ਹੈ ਕਿ ਅਸੀਂ ਇਹਦੇ ਵਿੱਚ ਇੰਪੀਰੀਕਲ ਜਿਹੜਾ ਫਾਰਮੂਲਾ ਹੈ ਉਹ ਫਾइंड आउट करना है। ਤੇ ਹਮੇਸ਼ਾ ਯਾਦ ਕਰ ਰੱਖਣਾ ਇੰਪੀਰੀਕਲ ਫਾਰਮੂਲਾ ਜੋ ਹੈ फाइंड आउट ਕਰਨ ਦੇ ਲਈ ਕਿਹੜੇ-ਕਿਹੜੇ ਸਟੈਪ ਜਿਹੜੇ ਆਪਾਂ ਫੋਲੋ ਕਰਨੇ। ਕਈ ਵਾਰ ਇੰਪੀਰੀਕਲ ਫਾਰਮੂਲੇ ਜਾਂ ਮੋਲੀਕੂਲਰ ਫਾਰਮੂਲੇ ਨੂੰ ਫਾइंड आउट ਕਰਨ ਦੇ ਵਿੱਚ ਵੀ ਸਾਡੇ ਕੋਲ ਕੁਐਸਚਨ ਆ ਜਾਂਦਾ ਹੈ। ਸੋ ਧਿਆਨ ਨਾਲ ਅਸੀਂ ਇਸ ਨੂੰ ਕਰਨਾ ਹੈ। ਸਭ ਤੋਂ ਪਹਿਲੇ ਸਾਨੂੰ ਉਹਨਾਂ ਨੇ ਕਿਹਾ ਹੈ ਕਿ ਇੱਕ ਸਾਡੇ ਕੋਲ ਕਾਪਰ ਕਲੋਰਾਈਡ 4 ਗ੍ਰਾਮ ਦਿੱਤਾ ਹੋਇਆ ਹੈ। ਮੈਂ ਥੋੜਾ ਸਿੰਪਲੀ ਲਿਖਿਆ ਹੋਇਆ, ਤੁਸੀਂ ਇਹਨੂੰ ਧਿਆਨ ਨਾਲ ਸਮਝਣਾ। ਕਾਪਰ ਕਲੋਰਾਈਡ ਦਿੱਤਾ ਹੋਇਆ 4 ਗ੍ਰਾਮ, ਉਹਦੇ ਵਿੱਚੋਂ ਸਾਡੇ ਕੋਲ ਕਾਪਰ ਜਿਹੜਾ ਆ 1.890 ਗ੍ਰਾਮ ਦਿੱਤਾ ਹੋਇਆ ਔਰ ਇਹਦੀ ਵੈਲਿਊ ਹੈਗੀ ਆ 2.1100 ਕਲੋਰੀਨ ਦੀ ਕਲੋਰਾਈਡ ਦੀ। ਹੁਣ ਇਹਦੇ ਵਿੱਚ ਅਸੀਂ ਇੰਪੀਰੀਕਲ ਫਾਰਮੂਲਾ ਕਰਨਾ ਕਿ ਇਹ ਜਿਹੜਾ ਪੂਰਾ ਕੰਪਾਊਂਡ ਹੈ ਇਹਨੂੰ ਅਸੀਂ ਕਿੱਦਾਂ ਬੋਲਾਂਗੇ ਪੂਰਾ। ਠੀਕ ਹੈ, ਕਾਪਰ ਕਲੋਰਾਈਡ ਹੈ ਜੇ ਅਸੀਂ ਕਹਿ ਰਹੇ ਤਾਂ ਉਹਨੂੰ ਕਿੱਦਾਂ ਬੋਲਾਂਗੇ ਆਪਾਂ, ਮਤਲਬ ਉਹਦਾ ਇੰਪੀਰੀਕਲ ਫਾਰਮੂਲਾ ਕੀ ਹੋਏਗਾ। ਸੋ फाइंड आउट ਕਰਨ ਦੇ ਲਈ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲੇ 4 ਗ੍ਰਾਮ ਦਿੱਤਾ ਹੋਇਆ ਸਾਨੂੰ। ਠੀਕ ਹੈ ਜੀ, ਟੋਟਲ ਕਿੰਨਾ ਦਿੱਤਾ ਹੈ 4 ਗ੍ਰਾਮ। ਇਹ ਹੈ ਕੀ ਹੈ ਕਾਪਰ ਕਲੋਰਾਈਡ। ਠੀਕ ਹੈ ਜੀ, ਹੁਣ ਇਹਦੇ ਵਿੱਚ ਦੇਖੋ ਸਾਨੂੰ ਜਿਹੜੀ ਵੈਲਿਊਜ਼ ਦਿੱਤੀਆਂ ਹੋਈਆਂ ਆ ਉਹਦੇ ਅਕੋਰਡਿੰਗਲੀ ਅਸੀਂ ਇਹਨੂੰ ਪਹਿਲੇ फाइंड आउट ਕਰਨਾ ਹੈ ਕਿ ਇਹਦੀ ਸਾਡੇ ਕੋਲ ਕਿੰਨੀ ਅਮਾਊਂਟ ਪ੍ਰੈਜ਼ੈਂਟ ਹੈਗੀ ਉਹਦੇ ਵਿੱਚ। ਠੀਕ ਹੈ, ਕਿੱਦਾਂ फाइंड आउट ਕਰਾਂਗੇ, ਸਭ ਤੋਂ ਪਹਿਲੇ ਆਪਾਂ ਉਹੀ ਮਾਸ ਪਰਸੈਂਟੇਜ ਕੱਢਾਂਗੇ ਸਾਰਿਆਂ ਦੀ, ਦੋਨਾਂ ਦੀ। ਕਾਪਰ ਦੀ ਮਾਸ ਪਰਸੈਂਟੇਜ ਜਦੋਂ ਅਸੀਂ ਕੱਢੀ, ਦੈਨ ਦੇਖੋ ਜਦੋਂ ਅਸੀਂ ਪੇਪਰ ਦੇ ਵਿੱਚ ਅਸੀਂ ਐਕਚੁਅਲੀ ਮੈਂ ਥੋੜੀ ਵਰਡਿੰਗ ਜਿਹੜੀ ਆ ਉਹ ਬਿਲਕੁਲ ਕਰੈਕਟ ਨਹੀਂ ਲਿਖ ਰਹੀ ਹਾਂ ਮੈਂ, ਵੈਸੇ ਹੀ ਇਹ ਪੇਪਰ ਦੇ ਵਿੱਚ ਸਾਡੇ ਲੋੜ ਵੀ ਨਹੀਂ ਹੈ ਕਿਉਂਕਿ ਅਸੀਂ ਆਬਜੈਕਟਿਵ ਟਾਈਪ ਕੁਐਸਚਨ ਜਿਹੜਾ ਸੋਲਵ ਕਰਨਾ। ਸੋ ਮੈਂ ਨੋਰਮਲੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਲਈ ਸਿੰਪਲ ਆਪਣੀ ਲੈਂਗੁਏਜ ਵਿੱਚ ਲਿਖ ਰਹੀ ਹਾਂ ਕਾਪਰ ਦਾ ਮਾਸ ਪਰਸੈਂਟੇਜ। ਸੋ ਮੀਨਿੰਗਫੁਲ ਨਹੀਂ ਹੈ ਲਾਈਨ ਇਹ, ਬਟ ਤੁਸੀਂ ਇਹਨੂੰ ਨਹੀਂ ਦੇਖਣਾ, ਤੁਸੀਂ ਇਹ ਦੇਖਣਾ ਕਿ ਇਹਨੂੰ ਕੈਲਕੂਲੇਟ ਕਿੱਦਾਂ ਕਰਨਾ ਹੈ। ਸੋ ਮੈਥਡ ਦੇਖਣਾ ਤੁਸੀਂ, ਮੈਥਡ ਦੇਖੋਗੇ ਪੇਪਰ ਦੇ ਵਿੱਚ ਕੋਈ ਤੁਹਾਨੂੰ ਕੁਐਰੀ ਨਹੀਂ ਆਣੀ ਕਿ ਤੁਸੀਂ ਕਿੱਦਾਂ ਲਿਖ ਰਹੇ ਹੋ, ਕਿਉਂਕਿ ਤੁਹਾਡੀ ਆਪਸ਼ਨ ਤੇ ਡਿਪੈਂਡ ਕਰਦਾ ਕਿ ਤੁਹਾਡੀ ਸਹੀ ਹੈ ਜਾਂ ਗਲਤ ਹੈ। ਠੀਕ ਹੈ, ਅਸੀਂ ਮਾਸ ਪਰਸੈਂਟੇਜ ਕਾਪਰ ਦੀ ਕੱਢੀ। ਕਾਪਰ ਦੀ ਦੇਖੋ ਹੁਣ ਅਸੀਂ ਟੋਟਲ 4 ਦੇ ਵਿੱਚੋਂ ਲਿਆ ਹੈਗਾ, ਜਿੰਨੀ ਸਾਨੂੰ ਉਹਨਾਂ ਨੇ ਦਿੱਤੀ ਹੋਈ ਹੈ, ਕਿੰਨੀ ਦਿੱਤੀ 1.890। ਠੀਕ ਹੈ, ਤੇ ਮਲਟੀਪਲਾਈ ਕਰ ਦਾਂਗੇ ਆਪਾਂ ਨੂੰ 100 ਦੇ ਨਾਲ। ਠੀਕ ਹੈ, ਸੋ ਇਹਦਾ ਜੋ ਕੈਲਕੂਲੇਸ਼ਨ ਆਏਗੀ ਉਹ ਅਸੀਂ ਲਿਖ ਦਾਂਗੇ, ਕੈਲਕੂਲੇਟ ਕਰਾਂਗੇ ਇਹਨੂੰ, ਤੇ ਇਹ ਸਾਡੀ ਜਿਹੜੀ ਕਾਪਰ ਦੀ ਪਰਸੈਂਟੇਜ ਹੈ। ਠੀਕ ਹੈ, ਇਹਦੀ ਕੈਲਕੂਲੇਸ਼ਨ ਜਿਹੜੀ ਆ ਮੈਂ ਕੀਤੀ ਹੋਈ ਉਹਦੇ ਵਿੱਚ 0.473 ਆਈ ਹੈ ਕੈਲਕੂਲੇਟ ਕਰਕੇ। ਇਸੇ ਤਰ੍ਹਾਂ ਉਸ ਤੋਂ ਬਾਅਦ ਕਲੋਰੀਨ ਦਾ ਅਸੀਂ ਮਾਸ ਪਰਸੈਂਟੇਜ ਕੱਢਣਾ। ਉਹਦੇ ਲਈ ਕੀ ਕਰਾਂਗੇ, ਜਿੰਨਾ ਸਾਨੂੰ ਅਮਾਊਂਟ ਦਿੱਤੀ ਹੈ 2.110। ਸਿਮਿਲਰਲੀ ਸੈਕੰਡ ਕੁਐਸਚਨ ਦੇ ਨਾਲ ਦਾ ਕੁਐਸਚਨ ਹੈ, ਬਸ ਅੱਗੇ ਇੰਪੀਰੀਕਲ ਫਾਰਮੂਲੇ ਵਾਲਾ ਕੁਐਸਚਨ ਜਿਹੜਾ ਆ ਉਹ ਐਡ ਹੋ ਗਿਆ। ਦੈਨ ਇਹਦੇ ਵਿੱਚ ਅਸੀਂ ਆ ਜਾਵਾਂਗੇ ਇਹਦੇ 4 × 100। ਦੈਨ ਜਦੋਂ ਅਸੀਂ ਇਹਨੂੰ ਫਾइंड ਕਰਾਂਗੇ ਕੈਲਕੂਲੇਟ, ਦੈਨ ਮੇਰੀ ਜਿਹੜੀ ਹੈ ਸੋਲਵ ਕਰਕੇ ਵੈਲਿਊ ਆਈ ਹੈਗੀ ਆ ਉਹ ਆਈ ਹੈ 52%। 52%। ਤੁਸੀਂ ਵੀ फाइंड आउट ਕਰਕੇ ਦੇਖਣਾ ਤੁਹਾਡੀ ਵੈਲਿਊ ਨਹੀਂ ਆ ਰਹੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ, ਇਹ ਸਾਡੀ ਪਰਸੈਂਟੇਜ ਆ ਗਈ ਆ। ਹੁਣ ਇਹਦੇ ਵਿੱਚ ਅਸੀਂ ਦੇਖਣਾ ਹੈਗਾ ਕਿ ਇੰਪੀਰੀਕਲ ਫਾਰਮੂਲਾ ਇਹਦਾ ਕਿੱਦਾਂ ਬਣਾਉਣਾ ਹੈ। ਉਹਦੇ ਲਈ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਮੈਨੂੰ ਰੱਬ ਕਰਨ ਜਾ ਰਹੀ ਹਾਂ। ਸਭ ਤੋਂ ਪਹਿਲਾਂ ਅਸੀਂ ਕਰਾਂਗੇ
कॉपर लिख लांगे और क्लोरीन क्लोराइड है। ठीक है, उस तो बाद कॉलम बना लो। पेपर ਦੇ ਵਿੱਚ अगर नहीं टाइम मिलता सिंपल कर सकते हो, जे ਆਪਾਂ समझण वास्ते करना है सो ਉਹਦੇ ਲਈ ਅਸੀਂ कॉलम बना ले। पहले ਉਹਦੀ कंपोजिशन लिख लो। कॉपर ਦੀ ਅਸੀਂ ਕੱਢੀ ਆ 0.47%। ठीक है, और ਉਹਦੀ ਅਸੀਂ ਕੱਢੀ ਆ 52%। ठीक है, ਇਹ ਲਿਖੀ ਆਪਾਂ परसेंटेज ਵਾਲੀ कंपोजिशन। ਉਸ ਤੋਂ ਬਾਅਦ ਦੇਖਣਾ ਹੁਣ ਅਸੀਂ ਇਹਦੇ ਮੋਲਸ ਕੱਢਨੇ ਆਪਾਂ। ਮੋਲਸ ਕਿੱਦਾਂ ਫਾਈਂਡ ਆਊਟ ਕਰਦੇ ਹੁੰਦੇ, ਜਿੰਨਾ ਸਾਨੂੰ ਐਟੋਮਿਕ weight ਦਿੱਤਾ ਹੋਇਆ। ਹੁਣ ਇਹ 'ਚ ਅਸੀਂ ਕੰਪੋਜੀਸ਼ਨ ਦੀ ਜਗ੍ਹਾ ਇਹਨੂੰ ਆਪਾਂ ਗ੍ਰਾਮ ਵੀ ਯੂਜ਼ ਕਰ ਸਕਦੇ ਹਾਂ, ਕਿਉਂਕਿ ਇੰਨੀ ਪਰਸੈਂਟੇਜ ਜਿਹੜੀ ਆ ਉਹ ਸਾਨੂੰ ਗ੍ਰਾਮ ਦੇ ਰੂਪ 'ਚ ਮਿਲੀ ਹੈ। ਦੈਨ 0.47 ਮਤਲਬ ਇੰਨੇ ਗ੍ਰਾਮ ਹੈ, ਡਿਵਾਈਡ ਕਰ ਦੇਣਾ ਆਪਾਂ ਇਹਨੂੰ ਮੋਲਸ ਦੇ ਵਿੱਚ। ਇੱਦਾਂ ਕਰਦੇ ਆ, ਜਿੰਨਾ ਉਹਦਾ weight ਦਿੱਤਾ ਹੋਇਆ ਉਹਨੂੰ ਡਿਵਾਈਡ ਕਰ ਦਿੰਦੇ ਆਪਾਂ ਕਾਹਦੇ ਨਾਲ, ਉਹਦੇ ਮੋਲੀਕੂਲਰ ਮਾਸ ਦੇ ਨਾਲ। ਮੋਲੀਕੂਲਰ ਮਾਸ ਕੀ ਹੈ ਕਾਪਰ ਦਾ 63.5। ठीक है जी, ਤੇ ਉਸ ਤੋਂ ਬਾਅਦ ਸਿਮਿਲਰਲੀ ਇਹਦੇ ਵਿੱਚ ਦੇਖੋ, ਇਹਦੇ ਵਿੱਚ 52 ਸਾਡੀ ਕੰਪੋਜੀਸ਼ਨ ਹੈ, ਮਤਲਬ ਕਿ ਉਹਦਾ ਐਟੋਮਿਕ ਮਾਸ, ਇਹਦਾ ਮਾਸ ਗਿਵਨ ਮਾਸ ਹੈ, ਤੇ ਡਿਵਾਈਡ ਕਰਾਂਗੇ ਆਪਾਂ ਮੋਲੀਕੂਲਰ ਮਾਸ ਦੇ ਨਾਲ। ਮੋਲੀਕੂਲਰ ਮਾਸ ਕਿੰਨਾ ਆਏਗਾ 35.5। ਦੈਨ ਇਹਨੂੰ ਜਦੋਂ ਕੈਲਕੂਲੇਟ ਕੀਤਾ ਤੁਸੀਂ, ਠੀਕ ਹੈ, ਸੋ ਸਾਡੀ ਵੈਲਿਊ ਆ ਜਾਏਗੀ 0.74 ਤੇ ਇਹਦੀ ਵੈਲਿਊ ਆ ਜਾਏਗੀ 1.48। ठीक है जी, कैलकुलेट करांगे। ठीक है, पॉइंट ना पॉइंट कट दो, 635 ਨੂੰ ਆਪਾਂ ਇਹਦੇ ਨਾਲ ਡਿਵਾਈਡ ਕਰਾਂਗੇ। ਸੋ ਪੁਆਇੰਟ ਦੇ ਵਿੱਚ ਤੁਹਾਡਾ ਇਹ ਆ ਜਾਣਾ ਆਨਸਰ, ਮਤਲਬ ਨੀਚੇ ਵਾਲੀ ਜਿਹੜੀ ਆ ਉਹਦੇ ਨਾਲ ਡਿਵਾਈਡ ਕਰਨਾ ਹੁੰਦਾ, ਉੱਪਰ ਵਾਲੀ ਆਪਾਂ ਵਿੱਚ ਰੱਖਣੀ ਹੁੰਦੀ। ਸੋ ਇਹ ਡਿਵੀਜ਼ਨ ਕੀਤੀ ਜਦੋਂ ਆਹ ਵਾਲੀ ਤੁਹਾਡੀ ਕੋਈ, ਉਸ ਤੋਂ ਬਾਅਦ ਆਪਾਂ ਕੀ ਕਰਨਾ, ਇਹਨੂੰ ਰੇਸ਼ੋ ਕਰਨੀ ਇਹਦੀ, ਮੋਲਸ ਰੇਸ਼ੋ ਕਹਿੰਦੇ ਆਪਾਂ ਇਹਨੂੰ। ਮੋਲਸ ਰੇਸ਼ੋ ਕਿੱਦਾਂ ਫਾਈਂਡ ਆਊਟ ਕਰਨੀ ਆਪਾਂ, ਮੋਲਸ ਰੇਸ਼ੋ ਫਾਈਂਡ ਆਊਟ ਕਰਨ ਦੇ ਲਈ ਦੇਖਣਾ ਇਹਨਾਂ ਦੋਨੋਂ ਵਿੱਚੋਂ ਛੋਟੀ ਟਰਮ ਕਿਹੜੀ ਹੈ। ਠੀਕ ਹੈ, 0.74 ਛੋਟੀ ਟਰਮ ਹੈ, ਉਹਨੂੰ ਦੋਨੇ ਟਰਮਸ ਦੇ ਨਾਲ ਡਿਵਾਈਡ ਕਰ ਦੇਣਾ। 0.74 ਡਿਵਾਈਡਡ ਬਾਈ 0.74 ਤੇ ਇਧਰ 1.48 ਡਿਵਾਈਡਡ ਬਾਈ 0.74। ਇਹਦੇ ਵਿੱਚ ਕਟਿੰਗ ਕਰਕੇ 1 ਆ ਜਾਏਗਾ, ਔਰ ਇਹਦੇ ਵਿੱਚ ਕਟਿੰਗ ਕਰਕੇ ਹੁਣ ਤੁਸੀਂ ਕੈਲਕੂਲੇਟ ਜਦੋਂ ਕਰਾਂਗੇ ਪੁਆਇੰਟ ਨਾਲ ਪੁਆਇੰਟ ਕੱਟ ਦੋ, ਦੈਨ ਇਹਦੀ ਆ ਜਾਣੀ ਵੈਲਿਊ 2 ਆ ਜਾਣੀ। ਸੋ 2 ਆ ਗਿਆ। ਠੀਕ ਹੈ, ਹੁਣ ਦੇਖੋ ਮੋਲਸ ਰੇਸ਼ੋ ਵੀ ਕਰ ਲਈ। ਹੁਣ ਆਪਾਂ ਜੇ ਅਗਰ ਪੁਆਇੰਟਾਂ ਦੇ ਵਿੱਚ ਤੇ ਆਪਾਂ ਆਹ ਵਾਲਾ ਸਟੈਪ ਲਿਖਦੇ ਹੁੰਦੇ ਕਿ ਸਿੰਪਲ ਹੋਲ ਰੇਸ਼ੋ ਕੱਢੋ, ਦੈਨ ਉਹ ਕੀ ਆ 1 and 2। ਹੁਣ ਇਹਦਾ ਮਤਲਬ ਜੋ ਸਾਡੀਆਂ ਵੈਲਿਊਜ਼ ਆਈਆਂ ਸਿੰਪਲ ਹੋਲ ਰੇਸ਼ੋ, ਉਹਦੇ ਨਾਲ ਆਪਾਂ ਰੇਸ਼ੋ ਲਿਖ ਸਕਦੇ ਆ ਇਸ ਤਰ੍ਹਾਂ, ਕੀ ਆਏਗੀ 1:2। ਠੀਕ ਹੈ, ਸੋ ਕੋਪਰ ਕੇ ਕਿੰਨੇ ਪ੍ਰੈਜ਼ੈਂਟ ਆ, ਕੋਪਰ ਦਾ 1 ਔਰ ਕਲੋਰੀਨ ਦਾ 2। ਇਹ ਬਣਿਆ ਸਾਡਾ ਇੰਪੀਰੀਕਲ ਫਾਰਮੂਲਾ ਆਫ ਕਾਪਰ ਕਲੋਰਾਈਡ ਦਾ। ਠੀਕ ਹੈ।